बिस्मिल्लाहिर्रहमानिर्रहीम अस्सलाम वालेकुम दोस्तों। ਅੱਜ ਦੀ ਵੀਡੀਓ ਹਰ ਉਸ ਬੰਦੇ ਲਈ ਹੈ ਜਿਹੜਾ ਬੱਕਰੀ ਫਾਰਮਿੰਗ ਸ਼ੁਰੂ ਕਰਨਾ ਚਾਹੁੰਦਾ ਹੈ ਜਾਂ ਪਹਿਲੇ ਤੋਂ ਇਹ ਕਾਰੋਬਾਰ ਕਰ ਰਿਹਾ ਹੈ, ਪਰ ਦਿਲ ਦੇ ਵਿੱਚ ਇੱਕ ਸਵਾਲ ਜ਼ਰੂਰ ਰੱਖਦਾ ਹੈ, ਆਖਰ ਬੱਕਰੀ ਫਾਰਮਿੰਗ ਦੇ ਵਿੱਚ ਨੁਕਸਾਨ ਕਿਉਂ ਹੁੰਦਾ ਹੈ। ਦੋਸਤੋ, ਇਹ ਸਵਾਲ ਮੈਂ ਤਕਰੀਬਨ ਕਈ ਵਾਰੀ ਲੋਕਾਂ ਕੋਲ ਸੁਣਦਾ। ਕੋਈ ਕਹਿੰਦਾ ਹੈ ਮੇਰੇ ਕੋਲ 2 ਬੱਕਰੀਆਂ ਸਨ, ਨੁਕਸਾਨ ਹੋ ਗਿਆ। ਕੋਈ ਕਹਿੰਦਾ ਹੈ ਮੈਂ 10 ਬੱਕਰੀਆਂ ਨਾਲ ਸ਼ੁਰੂ ਕੀਤਾ ਸੀ ਪਰ ਕਾਮਯਾਬ ਨਾ ਹੋ ਸਕਿਆ। ਪਰ ਸਵਾਲ ਇਹ ਆ ਕਿ ਵਾਕਿਆ ਹੀ ਬੱਕਰੀ ਫਾਰਮਿੰਗ ਨੁਕਸਾਨ ਦਾ ਕਾਰੋਬਾਰ ਹੈ? ਤੇ ਮੇਰਾ ਜਵਾਬ ਹੈ ਨਹੀਂ। ਬੱਕਰੀ ਫਾਰਮਿੰਗ ਨੁਕਸਾਨ ਦਾ ਕਾਰੋਬਾਰ ਨਹੀਂ, ਬਲਕਿ ਗਲਤ ਫੈਸਲੇ ਨੁਕਸਾਨ ਦਾ ਸਬਬ ਬਣ ਜਾਂਦੇ ਨੇ। ਦੁਨੀਆ ਦਾ ਕੋਈ ਵੀ ਕਾਰੋਬਾਰ ਐਸਾ ਨਹੀਂ ਜਿੱਥੇ ਨੁਕਸਾਨ ਦਾ ਖਤਰਾ ਨਾ ਹੋਵੇ। ਦੁਕਾਨ ਹੋਵੇ, ਜ਼ਰਾਤ ਹੋਵੇ, ਪੋਲਟਰੀ ਹੋਵੇ ਜਾਂ ਬੱਕਰੀ ਫਾਰਮਿੰਗ, ਹਰ ਜਗ੍ਹਾ ਕਾਮਯਾਬੀ ਵੀ ਹੈ ਤੇ ਨਾਕਾਮੀ ਵੀ। ਫ਼ਰਕ ਸਿਰਫ ਇੰਨਾ ਹੈ ਕਿ ਕਾਮਯਾਬ ਬੰਦਾ ਹਰ ਗਲਤੀ ਤੋਂ ਸਬਕ ਸਿੱਖਦਾ ਹੈ ਤੇ ਅਗਲੀ ਵਾਰ ਉਹ ਗਲਤੀ ਨਹੀਂ ਦੁਹਰਾਉਂਦਾ। ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਨੁਕਸਾਨ ਵਕਤੀ ਹੁੰਦਾ ਹੈ ਪਰ ਉਹਦੇ ਤੋਂ ਮਿਲਿਆ ਸਬਕ ਪੂਰੀ ਜ਼ਿੰਦਗੀ ਦਾ ਸਰਮਾਇਆ ਬਣ ਸਕਦਾ ਹੈ। ਜਿਹੜਾ ਬੰਦਾ ਪਹਿਲੀ ਠੋਕਰ ਤੇ ਹਾਰ ਮੰਨ ਲੈਂਦਾ ਹੈ ਉਹ ਕਦੇ ਵੀ ਮੰਜ਼ਿਲ ਤੱਕ ਨਹੀਂ ਪਹੁੰਚਦਾ, ਪਰ ਜਿਹੜਾ ਬੰਦਾ ਡਿੱਗ ਕੇ ਵੀ ਖੜਾ ਹੋ ਜਾਂਦਾ ਹੈ ਉਹੀ ਇੱਕ ਦਿਨ ਕਾਮਯਾਬ ਫਾਰਮਰ ਬਣਦਾ ਹੈ। ਦੋਸਤੋ, ਮੈਂ ਐਸੇ ਬਹੁਤ ਸਾਰੇ ਫਾਰਮਰ ਨੂੰ ਜਾਣਦਾ ਜਿਨ੍ਹਾਂ ਨੇ ਸ਼ੁਰੂ ਦੇ ਵਿੱਚ ਨੁਕਸਾਨ ਵੀ ਕੀਤਾ, ਜਾਨਵਰ ਵੀ ਮਰੇ, ਪੈਸਾ ਵੀ ਡੁੱਬਿਆ, ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ। ਉਹਨਾਂ ਨੇ ਆਪਣੀ ਗਲਤੀਆਂ ਦਰੁਸਤ ਕੀਤੀਆਂ, ਇਲਮ ਹਾਸਲ ਕੀਤਾ ਤੇ ਅੱਜ ਉਹੀ ਲੋਕ ਕਾਮਯਾਬ ਫਾਰਮ ਚਲਾ ਰਹੇ ਨੇ। ਅਸਲ ਸਵਾਲ ਇਹ ਨਹੀਂ ਹੈ ਕਿ ਨੁਕਸਾਨ ਹੋਇਆ ਜਾਂ ਨਹੀਂ, ਅਸਲ ਸਵਾਲ ਇਹ ਹੈ ਕਿ ਨੁਕਸਾਨ ਕਿਉਂ ਹੋਇਆ। ਜੇ ਤੁਸੀਂ ਇਹ ਵਜ੍ਹਾ ਸਮਝ ਲੋਗੇ ਤੇ ਅੱਧੀ ਜੰਗ ਉੱਥੇ ਹੀ ਤੁਸੀਂ ਜਿੱਤ ਲੋਗੇ। ਪਹਿਲੀ ਵਜ੍ਹਾ ਬਗੈਰ ਮਾਲੂਮਾਤ ਦੇ ਫਾਰਮਿੰਗ ਸ਼ੁਰੂ ਕਰਨਾ ਵਾ। ਬਹੁਤ ਸਾਰੇ ਲੋਕ ਜਿਹੜੇ ਆ ਉਹ ਸਿਰਫ ਕਿਸੇ ਨੂੰ ਵੇਖ ਕੇ ਬੱਕਰੀਆਂ ਖਰੀਦ ਲੈਂਦੇ ਨੇ। ਨਾ ਨਸਲ ਦਾ ਪਤਾ ਹੁੰਦਾ ਹੈ, ਨਾ ਖੁਰਾਕ ਦਾ ਇਲਮ, ਨਾ ਬਿਮਾਰੀ ਦੀ ਪਹਿਚਾਣ। ਕੁਝ ਮਹੀਨਿਆਂ ਬਾਅਦ ਜਦੋਂ ਨੁਕਸਾਨ ਹੁੰਦਾ ਹੈ ਤੇ ਉਹ ਕਹਿੰਦੇ ਨੇ ਬੱਕਰੀ ਫਾਰਮਿੰਗ ਦੇ ਵਿੱਚ ਕੋਈ ਫਾਇਦਾ ਨਹੀਂ। ਹਾਲਾਂਕਿ ਮਸਲਾ ਫਾਰਮਿੰਗ ਨਹੀਂ ਬਲਕਿ ਤਿਆਰੀ ਦੀ ਕਮੀ ਹੁੰਦੀ ਹੈ। ਦੋਸਤੋ, ਜੇ ਤੁਸੀਂ ਗੱਡੀ ਚਲਾਣੀ ਨਹੀਂ ਸਿੱਖੋਗੇ ਤੇ ਸਿੱਧਾ ਹਾਈਵੇ ਤੇ ਲੈ ਕੇ ਕਿਵੇਂ ਜਾਓਗੇ? ਹਾਦਸਾ ਹੋ ਸਕਦਾ ਹੈ। ਇਸ ਤਰ੍ਹਾਂ ਬੱਕਰੀ ਫਾਰਮਿੰਗ ਵੀ ਸਿੱਖਣ ਵਾਲਾ ਕੰਮ ਹੈ। ਦੂਸਰੀ ਵਜ੍ਹਾ ਸਸਤੀ ਦੇ ਚੱਕਰ ਦੇ ਵਿੱਚ ਗਲਤ ਜਾਨਵਰ ਖਰੀਦ ਲੈਣਾ। ਇੱਕ ਹੋਰ ਬਹੁਤ ਵੱਡੀ ਗਲਤੀ ਇਹ ਹੈ ਕਿ ਬੰਦਾ ਸਿਰਫ ਸਸਤਾ ਜਾਨਵਰ ਦੇਖਦਾ ਹੈ। ਉਹ ਇਹ ਨਹੀਂ ਦੇਖਦਾ ਕਿ ਜਾਨਵਰ ਸਿਹਤਮੰਦ ਹੈ ਜਾਂ ਨਹੀਂ, ਨਸਲ ਕਿਹੜੀ ਹੈ, ਉਮਰ ਕਿੰਨੀ ਹੈ, ਉਸ ਤੋਂ ਬਾਅਦ ਜਾਂ ਪਹਿਲੇ ਤੋਂ ਬਿਮਾਰ ਜਾਨਵਰ ਤੇ ਨਹੀਂ। ਦੋਸਤੋ, ਯਾਦ ਰੱਖੋ, ਸਸਤਾ ਜਾਨਵਰ ਕਈ ਵਾਰੀ ਸਭ ਤੋਂ ਮਹਿੰਗਾ ਸਾਬਤ ਹੋ ਜਾਂਦਾ ਹੈ। ਸਿਹਤਮੰਦ ਜਾਨਵਰ ਥੋੜ੍ਹਾ ਮਹਿੰਗਾ ਜ਼ਰੂਰ ਹੋ ਸਕਦਾ ਹੈ ਪਰ ਉਹੀ ਅੱਗੇ ਜਾ ਕੇ ਮੁਨਾਫੇ ਦੀ ਬੁਨਿਆਦ ਬਣਦਾ ਹੈ। ਤੀਸਰੀ ਵਜ੍ਹਾ ਖੁਰਾਕ ਵਿੱਚ ਗਲਤੀ ਹੈ। ਦੋਸਤੋ, ਬੱਕਰੀ ਦਾ ਪੇਟ ਹੀ ਉਹਦੀ ਫੈਕਟਰੀ ਹੈ। ਜੇ ਫੈਕਟਰੀ ਨੂੰ ਸਹੀ ਖਾਮ ਮਾਲ ਨਹੀਂ ਮਿਲੇਗਾ ਤਾਂ ਪੈਦਾਵਾਰ ਕਦੇ ਵੀ ਅੱਛੀ ਨਹੀਂ ਹੋ ਸਕਦੀ। ਬੱਕਰੀ ਨੂੰ ਸਿਰਫ ਪੇਟ ਭਰਨ ਲਈ ਚਾਰਾ ਦੇਣਾ ਕਾਫੀ ਨਹੀਂ, ਉਹਦੇ ਲਈ ਮੁਤਵਾਜ਼ਨ ਖੁਰਾਕ, ਸਾਫ਼ ਪਾਣੀ ਤੇ ਜ਼ਰੂਰੀ ਗਜ਼ਾਈਅਤ ਬਹੁਤ ਆਮ ਹੈ। ਬਹੁਤ ਸਾਰੇ ਫਾਰਮਰ ਸੋਚਦੇ ਨੇ ਕਿ ਜਿੰਨਾ ਖਰਚਾ ਘੱਟ ਹੋਏਗਾ ਉਨੀ ਜ਼ਿਆਦਾ ਬਚਤ ਹੋਏਗੀ, ਪਰ ਹਕੀਕਤ ਇਹ ਹੈ ਕਿ ਗਲਤ ਜਗ੍ਹਾ ਬਚਾਇਆ ਗਿਆ ਖਰਚਾ ਬਾਅਦ ਦੇ ਵਿੱਚ ਵੱਡਾ ਨੁਕਸਾਨ ਬਣ ਸਕਦਾ ਹੈ। ਚੌਥੀ ਵਜ੍ਹਾ ਸਫਾਈ ਦਾ ਖਿਆਲ ਨਾ ਰੱਖਣਾ। ਗੰਦਾ ਸ਼ੈੱਡ, ਗਿੱਲੀ ਜ਼ਮੀਨ, ਖਰਾਬ ਹਵਾ, ਗੰਦਾ ਪਾਣੀ, ਇਹ ਸਾਰੀਆਂ ਚੀਜ਼ਾਂ ਬਿਮਾਰੀ ਨੂੰ ਦਾਵਤ ਦਿੰਦੀਆਂ ਨੇ। ਬਿਮਾਰੀ ਆ ਗਈ ਤੇ ਇਲਾਜ ਉੱਤੇ ਖਰਚਾ ਅਲੱਗ, ਜਾਨਵਰ ਕਮਜ਼ੋਰ ਅਲੱਗ ਤੇ ਕਈ ਵਾਰੀ ਜਾਨਵਰ ਦਾ ਨੁਕਸਾਨ ਵੀ ਹੋ ਸਕਦਾ ਹੈ। ਇਹ ਸਾਰਾ ਨੁਕਸਾਨ ਸਿਰਫ ਸਫਾਈ ਦਾ ਖਿਆਲ ਨਾ ਰੱਖਣ ਦੀ ਵਜ੍ਹਾ ਨਾਲ ਹੁੰਦਾ ਹੈ। ਦੋਸਤੋ, ਮੈਂ ਹਮੇਸ਼ਾ ਇੱਕ ਗੱਲ ਕਹਿੰਦਾ, ਸਾਫ਼ ਫਾਰਮ, ਸਿਹਤਮੰਦ ਬੱਕਰੀਆਂ ਤੇ ਕਾਮਯਾਬ ਫਾਰਮਿੰਗ, ਇਹ ਸਿਰਫ ਇੱਕ ਜੁਮਲਾ ਨਹੀਂ ਗਾ ਬਲਕਿ ਕਾਮਯਾਬੀ ਦਾ ਅਸੂਲ ਆ। ਬੱਕਰੀ ਫਾਰਮਿੰਗ ਦੇ ਵਿੱਚ ਨੁਕਸਾਨ ਕਿਉਂ ਹੁੰਦਾ ਹੈ? ਦੋਸਤੋ, ਅਸੀਂ 4 ਵਜੂਹਾਤ ਦੀ ਗੱਲ ਕਰ ਚੁੱਕੇ ਹਾਂ। ਹੁਣ ਗੱਲ ਕਰਾਂਗੇ ਉਹਨਾਂ ਗਲਤੀਆਂ ਦੀ ਜਿਹੜੀਆਂ ਅਕਸਰ ਨਵੇਂ ਫਾਰਮਰ ਨੂੰ ਨੁਕਸਾਨ ਦੀ ਤਰਫ ਲੈ ਜਾਂਦੀਆਂ ਨੇ। ਪੰਜਵੀਂ ਵਜ੍ਹਾ ਬਿਮਾਰੀ ਨੂੰ ਮਾਮੂਲੀ ਸਮਝ ਲੈਣਾ। ਬਹੁਤ ਸਾਰੇ ਫਾਰਮਰ ਜਦੋਂ ਵੇਖਦੇ ਨੇ ਕਿ ਬੱਕਰੀ ਨੇ ਚਾਰਾ ਥੋੜ੍ਹਾ ਘੱਟ ਖਾਧਾ ਜਾਂ ਉਹ ਉਦਾਸ ਖੜੀ ਹੈ ਤਾਂ ਕਹਿੰਦੇ ਨੇ ਕੱਲ੍ਹ ਤੱਕ ਠੀਕ ਹੋ ਜਾਏਗੀ। ਪਰ ਦੋਸਤੋ, ਬਿਮਾਰੀ ਇੰਤਜ਼ਾਰ ਨਹੀਂ ਕਰਦੀ। ਬਾਜ਼ ਬਿਮਾਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਜਦੋਂ ਸ਼ੁਰੂ ਹੁੰਦੀਆਂ ਨੇ ਤੇ ਉਹਨਾਂ ਦਾ ਫੌਰਨ ਇਲਾਜ ਹੋਣਾ ਚਾਹੀਦਾ ਹੈ, ਨਹੀਂ ਤੇ ਚੰਦ ਦਿਨਾਂ ਦੇ ਵਿੱਚ ਬਲਕਿ ਚੰਦ ਘੰਟਿਆਂ ਦੇ ਵਿੱਚ ਵੀ ਵੱਡਾ ਨੁਕਸਾਨ ਕਰ ਸਕਦੀ ਹੈ। ਇਸ ਲਈ ਰੋਜ਼ਾਨਾ ਆਪਣੇ ਜਾਨਵਰਾਂ ਨੂੰ ਗੌਰ ਨਾਲ ਵੇਖੋ। ਜੇ ਬੱਕਰੀ ਭੁੱਖੀ ਆ, ਬੁਖਾਰ ਆ, ਉਸ ਤੋਂ ਬਾਅਦ ਨੱਕ ਔਰ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਹੈ ਤੇ ਬੱਕਰੀ ਜਿਹੜੀ ਆ ਦੂਸਰੀਆਂ ਬੱਕਰੀਆਂ ਨਾਲ ਸਾਈਡ 'ਤੇ ਹੋ ਕੇ ਖੜੀ ਆ ਤੇ ਫੌਰਨ ਉਹਨੂੰ ਤਵੱਜੋ ਦਿਓ, ਉਹਨੂੰ ਵੇਖੋ ਕੀ ਮਸਲਾ ਹੈ। ਬਿਮਾਰੀ ਜਿੰਨੀ ਜਲਦੀ ਪਕੜੋਗੇ ਓਨਾ ਹੀ ਆਸਾਨੀ ਦੇ ਨਾਲ ਬਿਮਾਰੀ 'ਤੇ ਕਾਬੂ ਆ ਸਕਦਾ ਹੈ। ਤੇ 6ਵੀਂ ਵਜ੍ਹਾ ਹੈ ਵੈਕਸੀਨ ਤੇ ਇਹਤਿਆਤ ਨੂੰ ਨਜ਼ਰਅੰਦਾਜ਼ ਕਰਨਾ। ਕਈ ਬੰਦੇ ਲੱਖਾਂ ਰੁਪਈਆਂ ਦੀ ਬੱਕਰੀ ਖਰੀਦ ਲੈਂਦੇ ਨੇ ਲੇਕਿਨ ਚੰਦ 100 ਰੁਪਏ ਦੀ ਜਿਹੜੀ ਵੈਕਸੀਨ ਆ ਨਾ ਉਹ ਲਗਵਾਉਣ ਤੋਂ ਕਤਰਾਉਂਦੇ ਨੇ। ਇਹ ਸਭ ਤੋਂ ਵੱਡੀ ਗਲਤੀ ਹੈ। ਵੈਕਸੀਨ ਖਰਚਾ ਨਹੀਂ ਬਲਕਿ ਸਰਮਾਇਆ ਦੀ ਹਿਫਾਜ਼ਤ ਹੈ।
ਜਿਹੜਾ ਫਾਰਮਰ ਬਿਮਾਰੀ ਨੂੰ ਆਉਣ ਤੋਂ ਪਹਿਲੇ ਇਹਤਿਆਤ ਕਰਦਾ ਹੈ ਉਹ ਅਕਸਰ ਵੱਡੇ ਨੁਕਸਾਨ ਤੋਂ ਬਚ ਜਾਂਦਾ ਹੈ। ਅਤੇ 7ਵੀਂ ਵਜ੍ਹਾ ਹੈ ਹਰ ਗੱਲ ਵਿੱਚ ਜਲਦਬਾਜ਼ੀ। ਅੱਜ 2 ਬੱਕਰੀਆਂ ਖਰੀਦੀਆਂ, ਕੱਲ੍ਹ ਸੋਚਿਆ 10 ਹੋਰ ਖਰੀਦ ਲਈਏ, ਪਰਸੋਂ ਸੋਚਿਆ ਹੋਰ ਵਧਾ ਲਈਏ। ਦੋਸਤੋ, ਫਾਰਮਿੰਗ ਦੌੜ ਨਹੀਂ ਗੀ, ਇੱਕ ਸਫ਼ਰ। ਜਿਹੜਾ ਬੰਦਾ ਆਸਤਾ ਆਸਤਾ ਅੱਗੇ ਵੱਧਦਾ ਹੈ ਉਹਦੇ ਕਦਮ ਮਜ਼ਬੂਤ ਹੁੰਦੇ ਨੇ। ਪਹਿਲਾਂ ਸਿੱਖੋ ਫਿਰ ਵਧੋ, ਇਹੀ ਕਾਮਯਾਬੀ ਦਾ ਅਸੂਲ ਆ। 8ਵੀਂ ਵਜ੍ਹਾ ਹੈ ਸਿਰਫ ਮੁਨਾਫਾ ਵੇਖਣਾ। ਕਈ ਲੋਕ ਫਾਰਮਿੰਗ ਸਿਰਫ ਇਸ ਲਈ ਸ਼ੁਰੂ ਕਰਦੇ ਨੇ ਕਿ ਫਲਾਂ ਬੰਦੇ ਨੇ ਇੰਨਾ ਪੈਸਾ ਕਮਾਇਆ, ਪਰ ਉਹ ਇਹ ਨਹੀਂ ਵੇਖਦੇ ਕਿ ਉਹ ਬੰਦਾ ਕਿੰਨੇ ਸਾਲਾਂ ਤੋਂ ਮਿਹਨਤ ਕਰ ਰਿਹਾ ਹੈ। ਦੋਸਤੋ, ਬੱਕਰੀ ਫਾਰਮਿੰਗ ਲਾਟਰੀ ਨਹੀਂ ਗੀ, ਇਹ ਮਿਹਨਤ, ਸਬਰ ਅਤੇ ਮੁਸਤਕਿਲ ਮਿਜ਼ਾਜੀ ਵਾਲਾ ਕਾਰੋਬਾਰ ਹੈ। ਜਿਹੜਾ ਬੰਦਾ ਸਿਰਫ ਪੈਸੇ ਦੇ ਪਿੱਛੇ ਭੱਜਦਾ ਹੈ ਉਹ ਅਕਸਰ ਥੱਕ ਜਾਂਦਾ ਹੈ, ਪਰ ਜਿਹੜਾ ਬੰਦਾ ਜਾਨਵਰਾਂ ਨੂੰ ਸ਼ੌਕ, ਮੁਹੱਬਤ ਅਤੇ ਜ਼ਿੰਮੇਵਾਰੀ ਦੇ ਨਾਲ ਰੱਖਦਾ ਹੈ ਉਹਦੇ ਲਈ ਕਾਮਯਾਬੀ ਦੇ ਦਰਵਾਜ਼ੇ ਆਹਿਸਤਾ ਆਹਿਸਤਾ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਨੇ। ਅਤੇ ਨੌਵਾਂ ਸਬੱਬ ਹੈ ਗਲਤ ਬਰੀਡਰ। ਦੋਸਤੋ, ਫਾਰਮ ਦਾ ਮੁਸਤਕਬਲ ਸਿਰਫ ਮਾਦਾ ਬੱਕਰੀਆਂ ਦੇ ਨਾਲ ਨਹੀਂ ਬਲਕਿ ਬਰੀਡਰ ਦੇ ਨਾਲ ਜੁੜਿਆ ਹੁੰਦਾ ਹੈ। ਜੇ ਬੱਕਰੀ ਚੰਗੀ ਨਸਲ ਦੀ ਆ ਅਤੇ ਉਹਦੇ ਵਾਸਤੇ ਚੰਗੀ ਨਸਲ ਦਾ ਬੱਕਰਾ ਹੋਣਾ ਬਹੁਤ ਜ਼ਰੂਰੀ ਹੈ। ਚੰਗੀ ਨਸਲ ਦਾ ਬੱਕਰਾ ਅਗਲੀ ਨਸਲ ਦੀ ਬਿਹਤਰ ਪੈਦਾਵਾਰ ਵਾਸਤੇ ਹੁੰਦਾ, ਪਰ ਜੇ ਬੰਦਾ ਸਿਰਫ ਸਸਤਾ ਬੱਕਰਾ ਖਰੀਦ ਲੇ, ਬਗੈਰ ਨਸਲ ਜਾਂ ਮਿਆਰ ਵੇਖੇ, ਅਤੇ ਕਈ ਸਾਲਾਂ ਦਾ ਉਹਦਾ ਜਿਹੜਾ ਅਸਰ ਆ ਪੂਰੇ ਫਾਰਮ ਦੇ ਉੱਤੇ ਰਹਿ ਸਕਦਾ ਹੈ। ਇਸ ਲਈ ਬਰੀਡਰ ਜਿਹੜਾ ਵਾ ਨਾ ਉਹ ਬੜਾ ਸੋਚ ਸਮਝ ਕੇ ਲੈਣਾ ਵਾ। ਅਤੇ 10ਵੀਂ ਵਜ੍ਹਾ ਹੈ ਰਿਕਾਰਡ ਨਾ ਰੱਖਣਾ। ਬਹੁਤ ਸਾਰੇ ਫਾਰਮਰ ਨੂੰ ਇਹ ਵੀ ਨਹੀਂ ਯਾਦ ਹੁੰਦਾ ਕਿ ਕਿਹੜੀ ਬੱਕਰੀ ਨੇ ਕਦੋਂ ਬੱਚਾ ਦਿੱਤਾ, ਕਦੋਂ ਵੈਕਸੀਨ ਲੱਗੀ, ਕਦੋਂ ਦਵਾ ਦਿੱਤੀ ਅਤੇ ਕਿੰਨੀ ਖੁਰਾਕ ਲੱਗ ਰਹੀ ਹੈ। ਜਿਹੜਾ ਫਾਰਮਰ ਰਿਕਾਰਡ ਰੱਖਦਾ ਹੈ ਉਹ ਆਪਣੇ ਫਾਰਮ ਨੂੰ ਬਿਹਤਰ ਤਰੀਕੇ ਦੇ ਨਾਲ ਸੰਭਾਲ ਸਕਦਾ ਹੈ। ਕਾਪੀ ਹੋਵੇ ਜਾਂ ਮੋਬਾਈਲ, ਹਰ ਜ਼ਰੂਰੀ ਮਾਲੂਮਾਤ ਲਿਖਣ ਦੀ ਆਦਤ ਬਣਾ ਲਓ। ਦੋਸਤੋ, ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਬੱਕਰੀ ਫਾਰਮਿੰਗ ਸਹੀ ਫੈਸਲਿਆਂ ਦੇ ਨਾਲ ਕਾਮਯਾਬ ਹੁੰਦੀ ਹੈ। ਜਿਹੜਾ ਬੰਦਾ ਹਰ ਰੋਜ਼ ਕੁਝ ਨਵਾਂ ਸਿੱਖਦਾ ਹੈ, ਆਪਣੇ ਜਾਨਵਰਾਂ ਦਾ ਖਿਆਲ ਰੱਖਦਾ ਹੈ, ਸਫਾਈ, ਖੁਰਾਕ ਅਤੇ ਸਿਹਤ ਉੱਤੇ ਤਵੱਜੋ ਦਿੰਦਾ ਹੈ, ਉਹ ਦੇਰ ਨਾਲ ਸਹੀ ਪਰ ਕਾਮਯਾਬ ਜ਼ਰੂਰ ਹੁੰਦਾ ਹੈ। ਬਹੁਤ ਸਾਰੇ ਲੋਕ ਨੁਕਸਾਨ ਤੋਂ ਡਰ ਕੇ ਬੱਕਰੀ ਫਾਰਮਿੰਗ ਛੋੜ ਦਿੰਦੇ ਆ, ਪਰ ਕਾਮਯਾਬ ਫਾਰਮਰ ਨੁਕਸਾਨ ਤੋਂ ਡਰਦਾ ਨਹੀਂ ਬਲਕਿ ਉਹਦੇ ਪਿੱਛੇ ਵੀ ਵਜ੍ਹਾ ਲੱਭਦਾ ਹੈ, ਕਿਉਂਕਿ ਜੇ ਵਜ੍ਹਾ ਸਮਝ ਆ ਜਾਵੇ ਤਾਂ ਨੁਕਸਾਨ ਦੁਬਾਰਾ ਨਹੀਂ ਦੁਹਰਾਇਆ ਜਾਂਦਾ। ਦੋਸਤੋ, ਜੇ ਸਾਡੀ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓਗਾ, ਦੋਸਤਾਂ ਦੇ ਨਾਲ ਸ਼ੇਅਰ ਵੀ ਕਰਨਾ ਹੈ ਤਾਂ ਕਿ ਹੋਰ ਦੋਸਤਾਂ ਤੱਕ ਇਹ ਮਾਲੂਮਾਤ ਪਹੁੰਚੇ। ਅਤੇ ਅਗਲੀ ਵੀਡੀਓ ਤੱਕ ਇਜਾਜ਼ਤ ਦਿਓ। ਅੱਲਾ ਹਾਫਿਜ਼।